Good morning, students. We have done structure of sperm. So next is the formation of female gamete. Male gamete कर चुके हैं. Formation of male gamete is called spermatogenesis, and the process of formation of mature female gamete is called oogenesis. जिस तरह spermatogenesis sperm ਦਾ ਬਣਨਾ, ਉਸੇ ਤਰ੍ਹਾਂ ਪੁੱਤਰ ਜੀ ਓਵਮ ਦਾ ਬਣਨਾ ਔਰ ਫੀਮੇਲ ਗੈਮੀਟ ਦੇ ਬਣਨ ਨੂੰ ਅਸੀਂ ਕਹਿੰਦੇ ਹਾਂ ਊਜੈਨੇਸਿਸ. ਓਵਮ ਊਜੈਨੇਸਿਸ that is different from spermatogenesis ਤੋਂ ਲੱਗਦਾ ਆ. why spermatogenesis ਤੋਂ ਕਿਉਂ ਲੱਗਦਾ ਆ? because oogenesis is initiated during the embryonic development stage. oogenesis ਉਦੋਂ ਹੀ ਸਟਾਰਟ ਹੋ ਜਾਂਦਾ ਜਦੋਂ ਹਜੇ ਜਿਹੜਾ ਤੁਹਾਡੇ ਕੋਲ ਗਰਲ ਬੇਬੀ ਆ ਦੈਟ ਇਜ਼ ਐਮਬਰੀਓ, ਹਜੇ ਉਹ ਐਮਬਰੀਓ ਆ ਮੀਨਸ ਹਜੇ ਉਹ ਮਦਰ ਦੇ ਯੂਟਰਸ 'ਚ ਹੀ ਆ. ਐਮਬਰੀਓ ਡਿਵੈਲਪਮੈਂਟ ਸਟੇਜ ਆ ਵਿਚ ਏ ਕਪਲ ਆਫ ਮਿਲੀਅਨ ਗੈਮੀਟਸ ਮਦਰ ਸੈੱਲ ਕਾਲਡ ਓਗੋਨੀਆ ਆਰ ਫਾਰਮਡ. ਐਮਬਰੀਓ ਦੇ ਟਾਈਮ 'ਤੇ ਡਿਵੈਲਪਮੈਂਟ ਸਟਾਰਟ ਹੋ ਜਾਂਦੀ ਆ ਅਤੇ ਉਹਦੇ ਅੰਦਰ ਮਿਲੀਅਨ ਗੈਮੀਟਸ ਨੇ ਜਿਹੜੇ ਗੈਮੀਟ ਮਦਰ ਸੈੱਲ ਜਿਨ੍ਹਾਂ ਨੂੰ ਓਗੋਨੀਆ ਕਹਿੰਦੇ ਆ ਉਹ ਬਣ ਜਾਂਦੇ ਆ ਵਿਦਿਨ ਈਚ ਫੀਟਲ ਓਵਰੀ. ਫੀਟਸ ਦੀ ਹਰੇਕ ਓਵਰੀ ਦੇ ਵਿੱਚ ਮਿਲੀਅਨ ਓਗੋਨੀਆ ਬਣ ਜਾਂਦੇ ਆ. no more oogonia are formed and added after birth. birth ਤੋਂ ਬਾਅਦ no more oogonia are formed and added are after birth. ਨਾ ਹੀ ਹੋਰ ਊਗੋਨੀਆ ਪੁੱਤਰ ਜੀ ਨਵੇਂ ਬਣਦੇ ਆ ਅਤੇ ਨਾ ਹੀ ਐਡ ਹੁੰਦੇ ਆ ਬਰਥ ਤੋਂ ਬਾਅਦ. ਬਰਥ ਤੋਂ ਪਹਿਲਾਂ ਜਦੋਂ ਹਜੇ ਉਹ ਫੀਟਲ ਹੀ ਸੀ ਉਸ ਟਾਈਮ 'ਤੇ ਜਿੰਨੇ ਉਹ ਗੋਨੀਆਂ ਬਣਨੇ ਸੀ ਉਹੀ ਸਾਰੀ ਲਾਈਫ ਚੱਲਦੇ ਆ. ਬਰਥ ਤੋਂ ਬਾਅਦ ਨਵੇਂ ਐਡ ਨਹੀਂ ਹੁੰਦੇ. The cell start division and enter into prophase 1 of the meiotic division and get temporarily arrested at this stage. ਪੁੱਤਰ ਜੀ ਹੁਣ ਇਹਦਾ ਮੀਨਿੰਗ ਕੀ ਆ? ਕਹਿੰਦਾ ਦ ਸੈੱਲ ਸਟਾਰਟ ਡਿਵੀਜ਼ਨ. ਹੁਣ ਜਿਹੜਾ ਤੁਹਾਡੇ ਕੋਲ ਓਗੋਨੀਆ ਆ ਬਰਥ ਤੋਂ ਬਾਅਦ ਉਹਦੀ ਡਿਵੀਜ਼ਨ ਹੁੰਦੀ ਆ ਅਤੇ ਉਹ ਐਂਟਰ ਹੋ ਜਾਂਦਾ ਆ ਕਿਹੜੀ ਸਟੇਜ? ਪ੍ਰੋਫੇਜ਼ 1. ਮੀਓਸਿਸ ਦੀ ਪ੍ਰੋਫੇਜ਼ 1 ਸਟੇਜ ਦੇ ਵਿੱਚ ਆ ਕੇ ਅਰੈਸਟ ਮੀਨਜ਼ ਰੁਕ ਜਾਂਦੇ ਆ. ਬਰਥ ਤੋਂ ਬਾਅਦ ਉਹ ਠੀਕ ਆ ਜਾਂ ਬਰਥ ਦੇ ਮਤਲਬ ਹਜੇ ਉਹ ਬਰਥ ਦੇ ਟਾਈਮ ਦੇ ਉੱਤੇ ਹੀ ਉਹਨਾਂ ਦੀ ਡਿਵੀਜ਼ਨ ਹੋ ਜਾਂਦੀ ਹੈ ਅਤੇ ਜਸਟ ਉਹ ਪ੍ਰੋਫੇਜ਼ 1 ਦੇ ਉੱਪਰ ਆ ਕੇ ਰੁਕ ਜਾਂਦੀ ਹੈ. ਉਹ ਜਦੋਂ ਪ੍ਰੋਫੇਜ਼ 1 ਦੇ ਉੱਤੇ ਜਿਹੜੀ ਆ ਕੇ ਓਗੋਨੀਆ ਇੱਕ ਰੁਕਦੇ ਆ ਠੀਕ ਆ ਉਹਨੂੰ ਅਸੀਂ ਕਹਿੰਦੇ ਆ ਪ੍ਰਾਇਮਰੀ ਓਸਾਈਟਸ. ਪਹਿਲੀ ਮਿਊਟਿਕ ਡਿਵੀਜ਼ਨ ਹੁੰਦੀ ਆ ਠੀਕ ਆ ਬਰਥ 'ਤੇ ਆ ਕੇ ਰੁਕ ਜਾਂਦੀ ਆ ਉਹਨੂੰ ਅਸੀਂ ਬਰਥ ਤੋਂ ਬਾਅਦ ਹੁੰਦੀ ਆ ਜਾਂ ਬਸ ਉੱਥੇ ਰੁਕ ਜਾਂਦੇ ਨੇ ਬਰਥ ਤੋਂ ਬਾਅਦ ਉਹਨੂੰ ਅਸੀਂ ਕਹਿੰਦੇ ਹਾਂ ਪ੍ਰੋਫੇਜ਼ 1. ਇਹ ਇੱਥੇ ਹੀ ਰੁਕੇ ਰਹਿੰਦੇ ਨੇ. ਇਸ ਤੋਂ ਅਗਲੀ ਡਿਵੀਜ਼ਨ ਕਦੋਂ ਹੋਊ? ਜਦੋਂ ਪਬਰਟੀ 'ਤੇ ਪਹੁੰਚ ਗਏ. ਇਸ ਪਹਿਲਾਂ ਓਗੋਨੀਆ ਸੀਗੇ ਜਦੋਂ ਫੀਟਲ ਦੀ ਓਵਰੀ ਸੀ. ਓਗੋਨੀਆ ਤੋਂ ਬਾਅਦ ਤੁਹਾਡੇ ਕੋਲ ਪ੍ਰਾਇਮਰੀ ਓਸਾਈਟਸ ਬਣ ਗਏ. ਹੁਣ ਇਹ ਪ੍ਰਾਇਮਰੀ ਓਸਾਈਟ ਦੈਨ ਗੈਟ ਸਰਾਊਂਡਡ ਬਾਏ ਏ ਲੇਅਰ ਆਫ ਗ੍ਰੈਨੂਲੋਜ਼ਾ ਸੈੱਲ ਐਂਡ ਇਜ਼ ਕਾਲਡ ਦਾ ਪ੍ਰਾਇਮਰੀ ਫੋਲੀਕਲ. ਦਿਸ ਵਨ ਇਜ਼ ਇਸ ਦੇ ਆਲੇ ਦੁਆਲੇ ਜਿਹੜਾ ਤੁਹਾਡੇ ਕੋਲ ਓਗੋਨੀਆ ਉਹਦੇ ਆਲੇ ਦੁਆਲੇ ਇੱਕ ਲੇਅਰ ਆਫ ਸੈੱਲਸ ਦੀ ਬਣ ਜਾਂਦੀ ਆ ਠੀਕ ਆ. ਗ੍ਰੈਨੂਲੋਜ਼ਾ ਸੈੱਲ ਜਿਨ੍ਹਾਂ ਦੇ ਲੇਅਰ ਬਣ ਜਾਂਦੀ ਆ. ਹੁਣ ਇਹ ਪ੍ਰਾਇਮਰੀ ਓਸਾਈਟ ਤੋਂ ਕੀ ਬਣ ਗਿਆ? ਪ੍ਰਾਇਮਰੀ ਫੋਲੀਕਲ. ਜਦੋਂ ਇਹਦੇ ਆਲੇ ਦੁਆਲੇ ਆ ਲੇਅਰ ਬਣ ਗਈ ਹੈ ਪ੍ਰਾਇਮਰੀ ਫੋਲੀਕਲ. ਬਸ ਹੁਣ ਪ੍ਰਾਇਮਰੀ ਫੋਲੀਕਲ a large number of these follicles degenerate during the phase from birth to puberty. ਹੁਣ ਉਹ ਕਹਿੰਦਾ ਇਸ ਸਟੇਜ 'ਤੇ ਆ ਕੇ ਰੁਕੇ ਹੋਏ ਨੇ ਪ੍ਰਾਇਮਰੀ ਫੋਲੀਕਲ 'ਤੇ ਹੈ ਉਹਦਾ ਨੰਬਰ ਸਟੇਜ ਦਾ ਨਾਮ ਹੈਗਾ ਪ੍ਰੋਫੇਜ਼ 1 ਅਤੇ ਜਿਹੜਾ ਬਣ ਜਾਂਦਾ ਉਹ ਪ੍ਰਾਇਮਰੀ ਫੋਲੀਕਲ ਆ. ਹੁਣ ਪ੍ਰਾਇਮਰੀ ਫੋਲੀਕਲ ਟਾਈਮ ਦੇ ਉੱਤੇ ਬਹੁਤ ਲਾਰਜ ਨੰਬਰ ਆਫ ਥੀਸ ਫੋਲੀਕਲ
ਡੀਜਨरेट, ये बहुत ज़्यादा फॉलीकल इस स्टेज के उत्ते ਡੀਜਨरेट होंदा खत्म हो जाते हैं। कदों को? फ्रॉम बर्थ टू पबर्टी, जदों तक असी बर्थ तो लैके पबर्टी तक मैच्योर होने तक पहुँचते हैं उदों तक किन्ने प्राइमरी फॉलीकल खत्म हो जाते हैं। Therefore, at puberty, only 60,000 to 80,000 follicles are left in each ovary. 60,000 to 80,000 प्राइमरी फॉलीकल ही इकल्ले हरेक ओवरी दे विच रह जाते हैं। मतलब जे असी 60 + 60 करिए 1,20,000 आ गया, 81 1,40,000 आ गया, इन्ने साडे कोले जिथों एग बनना आ प्राइमरी फॉलीकल पए हुंदे ने। Primary follicle gets surrounded by more layers of granulosa cell and a new theca called secondary follicle. फिर उन्होंने आले दुआले जदों पबर्टी ते आ जाते हैं, पबर्ट मैच्योर हो जाते हैं, उदों उन्होंने आले दुआले पुत्र जी सैल ग्रैनुलोजा सैल्स दियां होर लेयर बन लग जांदियां ने ते उन्हां नाम रखा जाता सैकेंडरी फॉलीकल। दिस वन इज़ योर प्राइमरी फॉलीकल। हुण होर लेयर बन गया, ये तुहाडा बन गया सैकेंडरी फॉलीकल। सैकेंडरी फॉलीकल सून ट्रांसफर इनटू टर्शरी फॉलीकल विच इज़ करैक्टरिस्टिक बाय फ्लूइड फिल्ड कैविटी कॉल्ड द एंट्रम। प्राइमरी फॉलीकल होर लेयर बन गया सैकेंडरी फॉलीकल पुत आ तां बर्थ जदों हजे असी फीटल हाँ बच्चे हाँ उत्थे स्टेज ते खड़ा, उस तो बाद जदों मैच्योर हो गए तो सैकेंडरी आ, सैकेंडरी तो बाद टर्शरी फॉलीकल बन गया। जदों टर्शरी फॉलीकल कदों बनना? जदों उहदे च एक कैविटी बन गई एंट्रम, फ्लूइड फिल्ड पानी नाल भरी हुई कैविटी बन गई एंट्रम, तो टर्शरी फॉलीकल बन गया। द थीका लेयर इज़ ऑर्गेनाइज्ड इनटू इनर थीका एंड आउटर इनर थीका इंटरना कहते हैं, आउटर थीका एक्सटरना। जिहड़ियां आह दो लेयर्स बनिया ने, बाहरली नूं एक्सटरना कहते हैं, एंट्रम कैविटी के अंदरली नूं इंटरना कहते हैं। इट इज़ इंपॉर्टेंट टू ड्रा योर अटेंशन दैट इट इज़ at this stage that the primary oocyte within the tertiary follicle grows in size. हुण ये स्टेज के उत्ते टर्शरी फॉलीकल के उत्ते ए वाला तुहाडा हैगा प्राइमरी oocyte, ठीक है। ये वाला प्राइमरी जिहड़ा तुहाडा oocyte आ, ये की करदा आ? प्राइमरी oocyte तुहाडा बढ़ना स्टार्ट हो जाता है। इस स्टेज के उत्ते द प्राइमरी oocyte within the tertiary follicle grow in size। जिहड़ा तुहाडा प्राइमरी oocyte आ वो साइज वड्डा होने लग जाता है, तो कंप्लीट इट इज़ फर्स्ट मियोटिक डिवीजन, तो आपकी पहली मियोटिक डिवीजन कंप्लीट कर लेंदा है। समझ गए? हुण जदों ये अगे टुटदा, ये दो पार्ट्स, ये मियोटिक मीनस हुण ये मियोसिस होगी तो ये अगे दो पार्ट्स विच टुट जाता है। इट इज़ एन अनइक्वल डिवीजन, मतलब कि बराबर दो पार्ट्स दे विच नहीं टुटदा, अनइक्वल हुंदी है, एक पार्ट वड्डा होगा तो दूसरा पार्ट छोटा हो, अनइक्वल डिवीजन हुंदी है। एक वन लार्ज हैपोलाइड सैकेंडरी oocyte बन जाता, एक तो वड्डा बन जाता जिन्हों सैकेंडरी oocyte कहने, एक छोटा जिहा बस पोलर बॉडी बन जाती है। हुण तुहाडे इत्थे इन्हां ने दिखाता आ कि की बन गया, आ तुहाडा oocyte बन गया, सैकेंडरी oocyte साइज़ च वड्डा हो गया, ठीक है। उस तो बाद ये वड्डा होने लग जाता तो उन्होंने सैकेंडरी oocyte कहता है। यदि मियोटिक इत्थों इत्थे तक किहड़ी जिहड़ी फर्स्ट तुहाडी मियोटिक डिवीजन आ वो हो जाती आ, उहदे नाल एक तुहाडे कोले सैकेंडरी oocyte बन जाता ते एक की बन जानी है पोलर बॉडी। Secondary oocyte retain bulk of the nutrient rich cytoplasm of the primary oocyte। ਇਹਦੇ अंदर होर न्यूट्रीएंट्स ऐड हो जाते हैं, कैविटी च साइज वड्डा होर न्यूट्रीएंट्स ऐड हो जाते हैं। वो कहता जो सैकेंडरी oocyte है भारा हो जाता, क्यों? क्योंकि वो अंदर होर साइटोप्लाज्म न्यूट्रीएंट रिच साइटोप्लाज्म पई जाता है। हुण जिहड़ी पोलर बॉडी बनी है पहली मियोटिक डिवीजन तो वो अगे फिर डिवाइड हो जाती है, टिक ਡੀਜਨਰੇਟ होकर ख़त्म हो जाती है। एट प्रेजेंट वी आर नॉट
ਵੈਰੀ ਸਰਟਨ ਅਬਾਊਟ ਦਿਸ, ਉਹਦੇ ਬਾਰੇ ਨਹੀਂ ਪਤਾ ਵੀ ਉਹ ਕਿੱਥੇ ਜਾਂਦੀ ਹੈ, ਕੀ ਹੁੰਦਾ, ਬਸ ਇੰਨਾ ਪਤਾ ਵੀ ਫਿਰ ਉਹ ਡਿਵਾਈਡ ਹੋਰ ਹੁੰਦੀ ਹੈ ਅਤੇ ਖ਼ਤਮ ਹੋ ਜਾਂਦੀ ਹੈ, ਬਸ ਇਸ ਤੋਂ ਅੱਗੇ ਇਹਦੇ ਬਾਰੇ ਕੁਛ ਨਹੀਂ ਹੈਗਾ। The tertiary follicle further changes into mature follicle or Graafian follicle। tertiary follicle ਫਿਰ ਅੱਗੇ ਚੇਂਜ ਹੋ ਜਾਂਦਾ ਆ, ਇਹਨੂੰ ਅਸੀਂ ਕਹਿਤਾ Graafian follicle ਦੇ ਵਿੱਚ। ਮੈਚਿਓਰ ਫੋਲੀਕਲ ਬਣ ਗਿਆ, ਮੈਚਿਓਰ ਨੂੰ ਅਸੀਂ ਕਹਿੰਦੇ ਹਾਂ ਗ੍ਰਾਫੀਅਨ ਫੋਲੀਕਲ। ਟਰਸ਼ਰੀ ਫੋਲੀਕਲ ਮੈਚਿਓਰ ਵਿੱਚ ਬਣ ਗਿਆ, ਉਹਨੂੰ ਅਸੀਂ ਕਹਿੰਦੇ ਹਾਂ ਗ੍ਰਾਫੀਅਨ ਫੋਲੀਕਲ। The secondary oocyte forms a new membrane called zona pellucida। ਜਿਹੜਾ secondary oocyte ਆ ਇਹਦੇ ਆਲੇ ਦੁਆਲੇ ਵੀ ਇੱਕ ਮੈਂਬਰੇਨ ਬਣ ਜਾਂਦੀ ਆ, ਠੀਕ ਆ, ਇਹਦੇ ਆਲੇ ਦੁਆਲੇ ਵੀ ਇੱਕ ਲੇਅਰ ਬਣ ਜਾਂਦੀ ਆ, ਇਹਦਾ ਨਾਮ ਅਸੀਂ ਰੱਖ ਦਿੰਦੇ ਹਾਂ ਜ਼ੋਨਾ ਪੈਲੂਸੀਡਾ। ਇੱਧਰ ਦਿਖਾਉਣਗੇ ਤੁਹਾਨੂੰ, ਆਹ ਓਵਮ ਪਿਆ, ਉਹ ਓਵਮ ਦੇ ਆਲੇ ਦੁਆਲੇ ਤੁਹਾਡੇ ਕੋਲ ਲੇਅਰ ਪਈ ਆ, ਪਿੰਕ ਕਲਰ ਤੋਂ ਬਾਅਦ ਜਿਹੜੀ ਆ ਬਰਾਊਨਿਸ਼ ਕਲਰ ਦੀ ਆ ਔਰ ਬਲੈਕਿਸ਼ ਗ੍ਰੀਨਿਸ਼ ਬਲੈਕਿਸ਼ ਆ, that is your zona pellucida। ਇਹਨੂੰ ਜ਼ੋਨਾ ਪੈਲੂਸੀਡਾ ਕਹਿੰਦੇ ਨੇ। ਦਾ ਗ੍ਰਾਫੀਅਨ ਇਹਦਾ ਫੰਕਸ਼ਨ ਆ ਜ਼ੋਨਾ ਪੈਲੂਸੀਡਾ ਦਾ, ਤੁਹਾਨੂੰ ਅੱਗੇ ਆਉਂਦਾ ਆ। ਗ੍ਰਾਫੀਅਨ ਫੋਲੀਕਲਸ ਨਾਓ ਰਪਚਰ ਟੂ ਰਿਲੀਜ਼ ਦਾ ਸਕੈਂਡਰੀ oocyte। ਗ੍ਰਾਫੀਅਨ ਫੋਲੀਕਲ ਜਦੋਂ ਪੂਰਾ ਮੈਚਿਓਰ ਹੋ ਗਿਆ, ਉਹਦੇ ਸਾਈਟੋਪਲਾਜ਼ਮ 'ਚ ਹੋਰ ਨਿਊਟਰੀਐਂਟਸ ਆ ਗਏ, ਸਾਈਜ਼ ਉਹਦਾ ਮਤਲਬ ਬਲਕੀ ਹੋ ਗਿਆ, ਹੈਵੀ ਹੋ ਗਿਆ, ਤਾਂ ਉਹ ਟੁੱਟ ਜਾਂਦਾ ਅਤੇ ਆਪਣੇ ਵਿੱਚੋਂ ਜਿਹੜਾ ਸਕੈਂਡਰੀ oocyte ਆ, ਜਿਹਨੂੰ ਅਸੀਂ ਓਵਮ ਕਹਿੰਦੇ ਹਾਂ, ਉਹਨੂੰ ਰਿਲੀਜ਼ ਕਰ ਦਿੰਦਾ ਆ। ਸਕੈਂਡਰੀ oocyte ਔਰ ਓਵਮ ਫਰੋਮ ਦਾ ਓਵਰੀ ਬਾਏ ਦਾ ਪ੍ਰੋਸੈਸ ਆਫ ਓਵੂਲੇਸ਼ਨ, ਓਵਮ ਰਿਲੀਜ਼ ਕਰ ਦਿੰਦਾ ਹੈ। ਇੱਥੇ ਤੱਕ ਤਾਂ ਸਟੈਪ ਸੀਗੇ ਜਿਹੜੇ ਸਿਰਫ ਫੀਟਲ ਦੇ ਵਿੱਚ ਸੀ। ਆਹ ਸਟੈਪ ਸਾਰੇ ਜਦੋਂ ਅਸੀਂ ਮੈਚਿਓਰ ਹੋ ਜਾਂਦੇ ਹਾਂ ਸਾਡੇ ਅੰਦਰ ਸਟਾਰਟ ਹੋ ਜਾਂਦੇ ਨੇ। At every month one ovum is released from each ovary। ਹਰੇਕ ਓਵਰੀ ਦੇ ਵਿੱਚੋਂ ਹਰੇਕ ਮੰਥ ਇੱਕ ਓਵਮ ਰਿਲੀਜ਼ ਹੁੰਦਾ ਆ। Here